गुड मॉर्निंग स्टूडेंट्स। मैनेजमेंट के लैसन दूसरे दे टॉपिक नंबर 2 नूं अज असीं पढ़ांगे। टॉपिक नंबर 2 है विग्यानक प्रबंध के सिद्धांत। सिद्धांत मैं तुहानूं पहले चैप्टर दे विच भी समझाए सी कि सिद्धांत की हुंदे हन। सिद्धांत वो थ्योरीआं या फिर सिद्धांत वो सारियां गल्लां या फिर वो नियम हुंदे हन जिन्हां नूं फॉलो करके जिहड़ा मैनेजर है वो अपने काम दे विच होर ज़्यादा सुधार लैके आउंदा है ਅਤੇ ਕਰਮਚਾਰੀਆਂ ਤੋਂ ਵੱਧ ਜਿਹੜਾ ਕੰਮ ਕਰਾ ਕੇ ਕੰਪਨੀ ਦੇ ਵਿੱਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਹੜੇ ਸਿਧਾਂਤ ਹਨ ਉਹ ਪ੍ਰੈਕਟੀਕਲ ਵੀ ਹੁੰਦੇ ਹਨ ਅਤੇ ਸਿਧਾਂਤ ਜਿਹੜੇ ਥਿਓਰੀਟੀਕਲ ਵੀ ਹੁੰਦੇ ਹਨ। ਭਾਵ ਕਿ ਥਿਓਰੀਟੀਕਲ ਤੋਂ ਭਾਵ ਹੈ ਕਿ ਸਿਧਾਂਤ ਉਹ ਜੋ ਕਿ ਪਹਿਲਾਂ ਬਣ ਚੁੱਕੇ ਹਨ ਉਹਨਾਂ ਸਿਧਾਂਤਾਂ ਨੂੰ ਮੈਨੇਜਰ ਜਦੋਂ ਲਾਗੂ ਕਰਦਾ ਹੈ ਉਸ ਨੂੰ ਅਸੀਂ ਪ੍ਰਬੰਧ ਆਖਦੇ ਹਾਂ। ਪਰ ਉਹ ਸਿਧਾਂਤ ਜਿਹੜਾ ਕਿ ਮੈਨੇਜਰ ਆਪਣੇ ਕੋਲੋਂ ਖੁਦ ਡਿਵੈਲਪ ਕਰਦਾ ਹੈ ਆਪਣੀਆਂ ਖੁਦ ਪ੍ਰਯੋਗਾਂ ਦੇ ਆਧਾਰ ਦੇ ਉੱਤੇ, ਭਾਵ ਕਿ ਜਦੋਂ ਕੰਪਨੀ ਦੇ ਵਿੱਚ ਉਸਨੇ ਵੱਖ-ਵੱਖ ਸਮੇਂ ਦੇ ਦੌਰਾਨ ਵੱਖ-ਵੱਖ ਕਰਮਚਾਰੀਆਂ ਕੋਲੋਂ ਵੱਖ-ਵੱਖ ਤਰ੍ਹਾਂ ਦਾ ਕੰਮ ਕਰਾਇਆ ਹੁੰਦਾ ਹੈ ਤਾਂ ਫਿਰ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਇਸ ਕਰਮਚਾਰੀ ਕੋਲੋਂ ਇਹ ਵਾਲਾ ਕੰਮ ਕਰਾਉਣ 'ਤੇ ਕਿੰਨੀ ਆਊਟਪੁੱਟ ਆਈ, ਜਾਂ ਫਿਰ ਦੂਸਰੇ ਕਰਮਚਾਰੀ ਨੂੰ ਜਦੋਂ ਸੇਮ ਕੰਮ ਦੇ ਵਿੱਚ ਲਾਇਆ ਜਾਂਦਾ ਹੈ ਤਾਂ ਉਸਨੇ ਕਿੰਨੀ ਆਊਟਪੁੱਟ ਦਿੱਤੀ। ਅਤੇ ਇਹ ਕੀ ਹੋ ਜਾਂਦੇ ਹਨ, ਇਹ ਪ੍ਰਯੋਗ ਹੋ ਜਾਂਦੇ ਹਨ। ਉਹ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕਰਕੇ ਦੇਖਦਾ ਹੈ ਅਤੇ ਉਹਨਾਂ ਪ੍ਰਯੋਗਾਂ ਤੋਂ ਫਿਰ ਉਸਨੂੰ ਜਿਹੜਾ ਵਧੀਆ ਪ੍ਰਯੋਗ ਲੱਗਦਾ ਹੈ ਜਦੋਂ ਉਸਨੂੰ ਇੰਪਲੀਮੈਂਟ ਕਰ ਦਿੰਦਾ ਹੈ ਤਾਂ ਉਸਨੂੰ ਅਸੀਂ ਵਿਗਿਆਨਕ ਪ੍ਰਬੰਧ ਆਖਦੇ ਹਾਂ ਅਤੇ ਉਹ ਇੱਕ ਸਿਧਾਂਤ ਬਣ ਜਾਂਦਾ ਹੈ। ਸਿਧਾਂਤ ਮਤਲਬ ਕਿ ਫਿਰ ਉਹ ਫਰਦਰ ਫਿਊਚਰ ਦੇ ਵਿੱਚ ਵੀ ਸੇਮ ਉਸੇ ਤਰੀਕੇ ਦੇ ਨਾਲ ਹੀ ਕਰਮਚਾਰੀ ਜਿਹੜੇ ਹਨ ਉਸ ਕਰਮਚਾਰੀ ਨੂੰ ਕੰਮ ਦਿੰਦਾ ਹੈ। ਅਤੇ ਨੰਬਰ 1 'ਤੇ ਹੈ ਹੁਣ ਵਿਗਿਆਨਕ ਪ੍ਰਬੰਧ ਦੇ ਸਿਧਾਂਤ ਹੁੰਦੇ ਕਿਹੜੇ ਹਨ। ਨੰਬਰ 1 'ਤੇ ਹੈ ਵਿਗਿਆਨ। ਵਿਗਿਆਨਕ ਪ੍ਰਬੰਧ ਦੇ ਵਿੱਚ ਕਿਉਂਕਿ ਹਰੇਕ ਕੰਮ ਜੋ ਹੈ ਉਹ ਪ੍ਰਯੋਗਾਂ ਦੇ ਉੱਤੇ ਆਧਾਰਿਤ ਹੁੰਦਾ ਹੈ। ਪ੍ਰਯੋਗ ਕਰਨ ਤੋਂ ਬਾਅਦ ਹੀ ਉਹਨਾਂ ਤਰੀਕਿਆਂ ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਅਤੇ ਉਹ ਤਰੀਕੇ ਜਿਹੜੇ ਉਹ ਅਪਣਾਏ ਜਾਂਦੇ ਹਨ। ਇਹ ਜਿਹੜਾ ਕੰਮ ਆ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰੈਕਟੀਕਲ ਤੌਰ 'ਤੇ ਕੀਤਾ ਜਾਂਦਾ ਹੈ। ਪ੍ਰੈਕਟੀਕਲ ਤੌਰ 'ਤੇ ਪਹਿਲਾਂ ਉਸ ਕੰਮ ਨੂੰ ਕਰਕੇ ਦੇਖਿਆ ਜਾਂਦਾ ਹੈ। ਅਗਰ ਉਹ ਕੰਮ ਜਿਹੜਾ ਉਹ ਚੰਗੇ ਨਤੀਜੇ ਦਿੰਦਾ ਹੈ ਤਾਂ ਫਿਰ ਹੀ ਉਹ ਜਿਹੜਾ ਸਿਧਾਂਤ ਹੈ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ, ਨਹੀਂ ਤਾਂ ਫਿਰ ਉਸਨੂੰ ਨਹੀਂ ਇੰਪਲੀਮੈਂਟ ਕੀਤਾ ਜਾਂਦਾ, ਜਿਵੇਂ ਕਿ ਸਾਇੰਸ ਦੇ ਵਿੱਚ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੈ। ਨੰਬਰ 2 ਹੈ ਮੁਹਾਰਤ ਦਾ ਮੁੱਲ। ਇਸ ਸਿਧਾਂਤ ਦੇ ਅਨੁਸਾਰ ਕੋਈ ਵੀ ਜਿਹੜਾ ਕਰਮਚਾਰੀ ਹੈ ਉਸ ਨੂੰ ਉਸ ਦੀ ਸਮਰੱਥਾ ਦੇ ਅਨੁਸਾਰ ਜਿਹੜਾ ਉਹ ਕੰਮ ਦਿੱਤਾ ਜਾਂਦਾ ਹੈ। ਭਾਵ ਕਿ ਕੋਈ ਕਰਮਚਾਰੀ ਜਿਹੜਾ ਹੈ ਉਹ ਕਿਸੇ ਤਰ੍ਹਾਂ ਦਾ ਕੰਮ ਕਰ ਸਕਦਾ ਹੈ, ਕੋਈ ਕਰਮਚਾਰੀ ਕਿਸੇ ਕੰਮ ਦੇ ਵਿੱਚ ਮੁਹਾਰਤ ਰੱਖਦਾ ਹੈ। ਉਹ ਕਰਮਚਾਰੀ ਜਿਹੜਾ ਕਿ ਜਿਹੜੇ ਕੰਮ ਦੇ ਵਿੱਚ ਮੁਹਾਰਤ ਰੱਖਦਾ ਹੈ ਉਸ ਨੂੰ ਉਸੇ ਤਰ੍ਹਾਂ ਦਾ ਹੀ ਕੰਮ ਦਿੱਤਾ ਜਾਂਦਾ ਹੈ ਅਤੇ ਫਿਰ ਜਦੋਂ ਉਸ ਮੁਹਾਰਤ ਰੱਖਣ ਵਾਲੇ ਵਿਅਕਤੀ ਨੂੰ ਉਹ ਕੰਮ ਦਿੱਤਾ ਜਾਂਦਾ ਹੈ ਤਾਂ ਫਿਰ ਉਹਦੀ ਜਿਹੜੀ ਕੰਮ ਦੀ ਕੁਆਲਿਟੀ ਜਿਹੜੀ ਹੈ ਉਹ ਵੱਧ ਜਾਂਦੀ ਹੈ। ਨੰਬਰ 3 'ਤੇ ਹੈ ਇਕਸਾਰਤਾ ਦਾ ਗੁਣ। ਇਸ ਪ੍ਰਬੰਧ ਦੇ ਸਿਧਾਂਤ ਦੇ ਅਨੁਸਾਰ ਹਰੇਕ ਜੋ ਕਰਮਚਾਰੀ ਕਿਸੇ ਸੰਸਥਾ ਦੇ ਵਿੱਚ ਕੰਮ ਕਰ ਰਿਹਾ ਹੈ ਉਸ ਨੂੰ ਹਰੇਕ ਨੂੰ ਇੱਕੋ ਹੀ ਉਦੇਸ਼ ਦੇ ਵੱਲ ਕੇਂਦਰਿਤ ਕਰ ਦਿੱਤਾ ਜਾਂਦਾ ਹੈ। ਭਾਵ ਕਿ ਕਰਮਚਾਰੀਆਂ ਨੂੰ ਸਾਰਿਆਂ ਨੂੰ ਹੀ ਆਖ ਦਿੱਤਾ ਜਾਂਦਾ ਹੈ ਕਿ ਜਿਵੇਂ ਕਿ ਅਸੀਂ ਫੋਰ ਐਗਜ਼ਾਮਪਲ ਕਹਿ ਲਈਏ ਕਿ ਕਿਸੇ ਕੰਪਨੀ ਦੇ ਵਿੱਚ ਕੰਪਨੀ ਦਾ ਉਦੇਸ਼ ਕੀ ਹੈ, ਕੰਪਨੀ ਦੀ ਸੇਲ ਨੂੰ ਵਧਾਉਣਾ, ਵੱਧ ਤੋਂ ਵੱਧ ਪ੍ਰੋਡਕਟਾਂ ਦੀ ਸੇਲ ਕੰਪਨੀ ਦੇ ਵਿੱਚ ਕਰਨੀ, ਅਤੇ ਫਿਰ ਉਹ ਇੱਕ ਉਦੇਸ਼ ਜਿਹੜਾ ਹੈ ਉਹ ਸਾਰੇ ਹੀ ਕਰਮਚਾਰੀਆਂ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਜਿਹੜੇ ਸਾਰੇ ਕਰਮਚਾਰੀ ਹਨ ਉਸੇ ਉਦੇਸ਼ ਦੇ ਉੱਤੇ ਕੇਂਦਰਿਤ ਹੋ ਕੇ ਆਪਣਾ ਕੰਮ ਜਿਹੜਾ ਉਹ ਕਰਦੇ ਹਨ। ਨੰਬਰ 4 ਹੈ ਮੁਹਾਰਤ ਮਾਪਦੰਡ। ਪਹਿਲਾਂ ਜੋ ਵਿਗਿਆਨਕ ਸਿਧਾਂਤ ਹੁੰਦੇ ਸਨ ਉਹਨਾਂ ਦੇ ਵਿੱਚ ਜਾਂ ਫਿਰ ਉਹ ਉਦਮੀ ਜਿਹੜਾ ਕਿ ਸਿਧਾਂਤਾਂ ਨੂੰ ਲਾਗੂ ਕਰਦਾ, ਵਿਗਿਆਨ ਦੇ ਪ੍ਰਬੰਧ ਦੇ ਸਿਧਾਂਤਾਂ ਨੂੰ ਲਾਗੂ ਕਰਦਾ ਹੈ ਆਪਣੀ ਕੰਪਨੀ ਦੇ ਵਿੱਚ, ਉਹ ਕਰਮਚਾਰੀ ਦੀ ਮੁਹਾਰਤ ਜਿਹੜੀ ਹੈ ਉਸ ਨੂੰ ਮਾਪਣ ਦੇ ਲਈ ਉਸਦੇ ਕੋਲ ਚੰਗੇ ਤਰੀਕੇ ਨਹੀਂ ਸਨ ਹੁੰਦੇ। ਪਰ ਵਿਗਿਆਨਕ ਪ੍ਰਬੰਧ ਦੇ ਅਨੁਸਾਰ ਜਿਹੜਾ ਕਰਮਚਾਰੀ ਹੈ ਜਦੋਂ ਉਹਨੂੰ ਕੋਈ ਕੰਮ ਸੌਂਪਿਆ ਜਾਂਦਾ ਹੈ ਤਾਂ ਉਸ ਕੰਮ ਨੂੰ ਕੰਪਲੀਟ ਕਰਨ ਦੇ ਲਈ ਉਸਨੂੰ ਇੱਕ ਸਮਾਂ ਦੇ ਦਿੱਤਾ ਜਾਂਦਾ ਹੈ, ਉਸਦਾ ਇੱਕ ਸਮਾਂ ਫਿਕਸ ਕਰ ਦਿੱਤਾ ਜਾਂਦਾ ਹੈ। ਐਗਜ਼ਾਮਪਲ ਦੇ ਤੌਰ ਉੱਤੇ ਅਸੀਂ ਕਹਿ ਲਈਏ ਕਿ ਕੋਈ ਕਰਮਚਾਰੀ ਹੈ ਉਸਨੇ 100 ਯੂਨਿਟ ਬਣਾਉਣੇ ਹਨ ਅਤੇ 6 ਘੰਟਿਆਂ ਦੇ ਵਿੱਚ ਉਸਨੇ 100 ਯੂਨਿਟ ਜਾਂ ਫਿਰ 100 ਪ੍ਰੋਡਕਟ ਜਿਹੜੇ ਹਨ ਉਹ ਬਣਾਉਣੇ ਹਨ। ਉਹ 6 ਘੰਟੇ ਉਹਦਾ ਜਿਹੜਾ ਹੈ 100 ਯੂਨਿਟਾਂ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਜਾਂਦਾ ਹੈ। ਜਦੋਂ ਉਹ ਜਿਹੜਾ ਵਿਅਕਤੀ ਹੈ ਉਹ ਨਿਰਧਾਰਿਤ ਸਮੇਂ ਦੇ ਵਿੱਚ ਆਪਣਾ ਨਿਰਧਾਰਿਤ ਕੰਮ ਪੂਰਾ ਕਰ ਲੈਂਦਾ ਹੈ ਉਸ ਨੂੰ ਅਸੀਂ ਸਟੈਂਡਰਡ ਸਮਾਂ ਆਖਦੇ ਹਾਂ। ਤਾਂ ਉਹ ਸਟੈਂਡਰਡ ਸਮੇਂ ਦੇ ਵਿੱਚ ਜਦੋਂ ਆਪਣਾ ਕੰਮ ਕਰ ਲੈਂਦਾ ਹੈ ਤਾਂ ਫਿਰ ਉਹ ਜਿਹੜਾ ਵਿਅਕਤੀ ਉਹਨੂੰ ਕਾਬਿਲ ਮੰਨਿਆ ਜਾਂਦਾ ਆ, ਉਹਦੀ ਮੁਹਾਰਤ ਹੋ ਗਈ ਅਤੇ ਇਸ ਤਰ੍ਹਾਂ ਉਸਦੀ ਮੁਹਾਰਤ ਦਾ ਮੁੱਲ ਜਿਹੜਾ ਉਹ ਮਾਪਦੰਡ ਹੈ ਉਹ ਕਰ ਲਿਆ ਜਾਂਦਾ ਹੈ ਅਤੇ ਫਿਰ ਉਸਨੂੰ ਉਸਦੀ ਮੁਹਾਰਤ ਦੇ ਅਨੁਸਾਰ ਜਿਹੜੀ ਉਹ ਪੈਸੇ ਦਿੱਤੇ ਜਾਂਦੇ ਹਨ, ਸੈਲਰੀ ਦਿੱਤੀ ਜਾਂਦੀ ਹੈ। ਨੰਬਰ 5 'ਤੇ ਹੈ ਕਾਰਜਕਾਰੀ ਫੋਰਮੈਨਸ਼ਿਪ।